ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਕਹਿੰਦੇ ਆ ਦਿਨਾਂ ਦੇ ਵਿੱਚ ਦੁਨੀਆ ਬਦਲ ਜਾਂਦੀ ਹੈ ਤੇ ਕਿਸਾਨ ਅੱਧੇ ਸਾਲ ਤੋਂ 6 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ। ਕਰੀਬ 1 ਸਾਲ ਹੋ ਗਿਆ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਪਰ 6 ਮਹੀਨੇ ਬਾਅਦ ਵੀ ਗੱਲ ਕਿਸੇ ਸਿਰੇ नहीं लगी है। यानी संयुक्त किसान मोर्चे ने चिट्ठी लिखी है पर उस चिट्ठी का कोई जवाब नहीं आया है। फिलहाल किसानों को यह आस है कि केंद्र सरकार इस बाबत कोई दोबारा गल करेगी, उन्हां दीयां जथेबंदियां नूं बुलाएगी, इस गलबात नूं अगे वधाया जाएगा। 25 तरीक तक का किसानों ने केंद्र सरकार नूं समा दिता सी, टाइम दिता सी कि 25 तरीक शाम तक केंद्र सरकार अपना कोई जवाब देवे, नहीं तो 26 तरीक तो फिर वो अपनी जो रणनीति उन्होंने उलीकी हुई है उस दे मुताबिक चलणगे। यानी 26 तरीक नूं, क्योंकि 26 नवंबर नूं ये शुरू होया सी ते हुण 26 मई नूं 6 महीने पूरे हो रहे हैं और 6 महीनों बाद किसानों ने ऐलान किया है कि हर कोई उन्हां दा साथ देवे इस प्रदर्शन दे विच और अपने घरां ते काले झंडे लगावे। एक कॉल दी गई है। सो हुण इस कॉल नूं किस लिहाज नाल देखिया जा रहा है कि सवाल इस वेले जिहड़े अंदोलन नूं लै के खड़े कीते जा रहे ने, सियासी पार्टियां दा की रुख है, किस तरीके नाल वो अपना योगदान इस अंदोलन के संदर्भ दे विच पा रही ने, या सियासी पार्टियां अपने वोट बैंक नाल जोड़ के इसनूं वेखदियां ने, किस तरीके नाल अगे वधाया जा रहा। सो ये सब सवाल साडे रहणगे कि 6 महीनों च अंदोलन ने पाया की पाया ते की गवाया, ये बड़ा वड्डा सवाल है। 6 महीनों दे विच अंदोलन खड़ा कित्थे है, किस मुकाम ते खड़ा है। गलबात जिहड़ी है, गलबात दे लई एक सुहिरद माहौल दी जिहड़ी गल हो रही है, वो सुहिरद माहौल क्यों नहीं बन पा रहा, ये भी एक बड़ा वड्डा सवाल है कि वो सुहिरद माहौल क्यों नहीं बन पा रहा। की प्रदर्शन नाल ये गलबात मुड़ पटरी ते आएगी, की गलबात मुड़ दोबारा जिहड़ी है एक सुहिरद माहौल दे विच शुरू हो सकेगी, और की इस प्रदर्शन नाल किसान सरकार ते एक बार फिर दबाव बनाउण दे विच कामयाब होणगे। ये सारे सवाल ने। साडे नाल मेहमान जुड़ रहे ने प्रोफैसर मनजीत सिंह, ਉਹ ਸਾਡੇ ਨਾਲ ਜੁੜਨਗੇ। ਸਰਵਨ ਸਿੰਘ ਪੰਧੇਰ ਜੁੜਨਗੇ, ਸੁਰਜੀਤ ਸਿੰਘ ਸਵੈਚ ਜੁੜਨਗੇ ਕਾਂਗਰਸ ਪਾਰਟੀ ਤੋਂ, ਕੁਲਦੀਪ ਸਿੰਘ ਧਾਲੀਵਾਲ ਜੁੜਨਗੇ ਬੀਜੇਪੀ ਤੋਂ। ਇਹਨਾਂ ਸਭ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਇੱਕ ਰਿਪੋਰਟ ਦਿਖਾਉਣੀ। ਟੁੱਟੀ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਲਈ ਕਿਸਾਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਭੇਜੀ ਸੀ। ਹਾਲੇ ਤੱਕ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ, ਜਿਸ ਕਰਕੇ ਗੱਲਬਾਤ ਦੁਬਾਰਾ ਸ਼ੁਰੂ ਹੋਣ ਦੇ ਕੋਈ ਅਸਾਰ ਨਹੀਂ ਦਿਸ ਰਹੇ। ਕਿਸਾਨਾਂ ਦੀਆਂ ਮੰਗਾਂ ਉਹੀ ਨੇ ਜਿਨ੍ਹਾਂ ਨੂੰ ਲੈ ਕੇ ਪਹਿਲਾਂ ਗੱਲਬਾਤ ਟੁੱਟੀ ਸੀ ਤੇ ਹੁਣ ਫਿਰ ਇਹਨਾਂ ਮੰਗਾਂ ਦੇ ਹੀ ਹੱਲ ਲਈ ਕਿਸਾਨ ਕੇਂਦਰ ਨਾਲ ਗੱਲ ਸ਼ੁਰੂ ਕਰਨਾ ਚਾਹੁੰਦੇ ਨੇ, ਪਰ ਪੰਜਾਬ ਭਾਜਪਾ ਦੇ ਲੀਡਰ ਇਸ ਨੂੰ ਧੌਂਸ ਦੱਸ ਰਹੇ ਨੇ। ਦੇਖੋ, ਹਰ ਗੱਲ ਜੇ ਧੌਂਸਬਾਜ਼ੀ ਕਰਨਗੇ ਉਹਦੇ ਨਾਲ ਤਾਂ ਹੁੰਦੀ ਨਹੀਂ ਹੈ। ਇਹ ਤਾਂ ਹੁੰਦੀ ਸੁਹਿਰਦ ਮਾਹੌਲ 'ਚ ਗੱਲ ਕਰਨੀ ਹੁੰਦੀ ਹੈ, ਚਿੱਠੀ ਲਿਖਣੀ ਹੁੰਦੀ ਹੈ, ਇੱਕ ਦੂਜੇ ਨਾਲ ਸਾਡਾ ਵਿਵਹਾਰ ਜਿਹੜਾ ਹੈਗਾ ਨਰਮਾਈ ਵਾਲਾ ਚਾਹੀਦਾ। ਉਧਰ ਨਿਊਜ਼ 18 ਪੰਜਾਬ ਤੇ ਭਾਜਪਾ ਆਗੂ ਸੁਰਜੀਤ ਜਿਆਣੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੀ ਪੇਸ਼ਕਸ਼ ਕੀਤੀ ਹੈ, ਪਰ ਦੂਜੇ ਪਾਸੇ ਕਿਸਾਨ ਲੀਡਰਾਂ 'ਚ ਇਸ ਪੇਸ਼ਕਸ਼ ਬਾਬਤ ਫਿਲਹਾਲ ਕੋਈ ਸਹਿਮਤੀ ਨਹੀਂ ਬਣੀ, ਜਿਸ ਕਰਕੇ ਗੱਲਬਾਤ ਦੁਬਾਰਾ ਸ਼ੁਰੂ ਹੋਣ 'ਚ ਦੇਰੀ ਹੋ ਰਹੀ ਹੈ। ਮੇਰੀ ਗੱਲ ਸੁਣੋ, ਮੋਦੀ ਸਾਹਿਬ ਨਾਲ ਮੀਟਿੰਗ ਕਰਾ ਦਿਆਂਗੇ। ਇਹ ਬੰਦੇ ਦੱਸ ਦੇਣ ਕਿੰਨੇ ਬੰਦੇ ਜਾਣਾ ਚਾਹੁੰਦੇ ਆ। नहीं, सारे नहीं जा सकते, पूरे 40 किसान जथेबंदियां ਸਾਰੇ ਤਾਂ ਮੋਦੀ ਸਾਹਿਬ ਕੋਲ ਨਹੀਂ ਜਾ ਸਕਦੇ। ਉੱਥੇ ਤਾਂ 10-15 ਦੀ ਗੱਲ ਕਰੋ। ਉਹਦੇ ਵਿੱਚ ਇਹ ਹੈ ਜੀ, ਮੈਂ ਜਥੇਬੰਦੀਆਂ ਦੀ ਗੱਲ ਰੱਖ ਦਿੱਤੀ ਹੈ ਜੀ। ਇਹ ਨਾਲ ਹੀ ਗੱਲ ਜਿਹੜੀ ਰਾਜਨਾਥ ਸਿੰਘ ਦਾ ਮੈਸੇਜ ਆਇਆ ਮੈਂ ਉਹ ਵੀ ਰੱਖ ਦਿੱਤਾ ਸਾਰਾ, ਠੀਕ ਹੈ ਜੀ। ਉਹਦੇ ਵਿੱਚ ਹੋ ਸਕਦਾ ਜਲਦੀ ਤੋਂ ਜਲਦੀ ਕੋਈ ਗੱਲਬਾਤ ਨਿਕਲੇ। ਕਿਸਾਨਾਂ ਵੱਲੋਂ ਪੀਐਮ ਨੂੰ ਚਿੱਠੀ ਭੇਜਣਾ ਪਰ ਚਿੱਠੀ ਦਾ ਜਵਾਬ ਨਾ ਆਉਣਾ, ਇਸ ਦੀ ਬਜਾਏ ਪੰਜਾਬ ਦੇ ਭਾਜਪਾ ਲੀਡਰ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੀ ਪੇਸ਼ਕਸ਼ ਕਰਨਾ, ਇਹ ਸਭ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਗੇਂਦ ਇੱਕ ਦੂਜੇ ਦੇ ਪਾਲੇ 'ਚ ਸੁੱਟੀ ਜਾ ਰਹੀ ਹੋਵੇ। ਖੈਰ, ਹਾਲ ਦੀ ਘੜੀ ਤਾਂ ਗੱਲਬਾਤ ਸ਼ੁਰੂ ਹੋਣ ਦੇ ਅਸਾਰ ਨਹੀਂ ਦਿਸ ਰਹੇ ਕਿ ਉਧਰ ਕਿਸਾਨ ਵੀ ਕਾਲਾ ਦਿਵਸ ਮਨਾਉਣ 'ਚ ਜੁਟ ਗਏ ਨੇ। ਉਸ ਤੋਂ ਬਾਅਦ ਹੀ ਕਿਸਾਨ ਅਗਲਾ ਕੋਈ ਫੈਸਲਾ ਲੈਣਗੇ। ਬਿਊਰੋ ਰਿਪੋਰਟ, ਨਿਊਜ਼ 18।
ਤਾਂ ਕਿਸਾਨਾਂ ਦੇ ਇਸ ਕਾਲ ਨੂੰ ਲੈ ਕੇ ਜਾਂ ਕਹੀਏ ਕਿਸਾਨਾਂ ਦੇ ਇਸ 26 ਤਰੀਕ ਦੇ ਪ੍ਰਦਰਸ਼ਨ ਨੂੰ ਲੈ ਕੇ ਵੱਖ-ਵੱਖ ਮਾਹਿਰਾਂ ਤੋਂ ਔਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਰਿਐਕਸ਼ਨ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਇਸ ਡਿਬੇਟ ਦੇ ਦੌਰਾਨ ਸਾਡੇ ਨਾਲ ਕਾਂਗਰਸ ਪਾਰਟੀ ਤੋਂ ਸੁਰਜੀਤ ਸਿੰਘ ਸਵੈਦ ਜੁੜ ਗਏ ਨੇ, ਹੋਰ ਮਹਿਮਾਨ ਵੀ ਜਿਵੇਂ-ਜਿਵੇਂ ਜੁੜਨਗੇ ਗੱਲਬਾਤ ਕਰਦੇ ਰਵਾਂਗੇ। ਸਵੈਦ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਤੋਂ ਮੈਂ ਰਿਐਕਸ਼ਨ ਚਾਹੂੰਗਾ। ਕੁਝ ਸਵਾਲ ਨੇ ਕਿ ਅੱਜ 6 ਮਹੀਨੇ ਹੋਣ ਵਾਲੇ ਨੇ, ਕੱਲ ਨੂੰ 26 ਤਰੀਕ ਨੂੰ 6 ਮਹੀਨੇ ਹੋ ਜਾਣੇ ਨੇ ਔਰ 6 ਮਹੀਨਿਆਂ 'ਚ ਅੰਦੋਲਨ ਕਿੱਥੇ ਖੜਾ ਹੈ, ਕੀ ਅੰਦੋਲਨ ਨੇ ਪਾਇਆ, ਕੀ ਗਵਾਇਆ, ਇਹ ਬੜੇ ਸਾਰੇ ਸਵਾਲ ਨੇ। ਕਿਸ ਮਕਾਮ ਤੇ ਖੜਾ ਹੈ ਇਸ ਵੇਲੇ ਅੰਦੋਲਨ? ਔਰ ਜਿਹੜੀ ਗੱਲ ਸੁਹਿਰਦ ਮਾਹੌਲ ਦੀ ਹੋ ਰਹੀ ਹੈ, ਲਗਾਤਾਰ ਇਹ ਬਿਆਨ ਸੀ ਪਹਿਲਾਂ ਕਿ ਕਿਸਾਨ ਇੱਕ ਸੁਹਿਰਦ ਮਾਹੌਲ 'ਚ ਗੱਲਬਾਤ ਕਰਨਾ ਚਾਹੁਣ ਤਾਂ ਹੋ ਜਾਏਗੀ। ਸੰਯੁਕਤ ਕਿਸਾਨ ਮੋਰਚੇ ਨੇ ਚਿੱਠੀ ਵੀ ਲਿਖੀ, ਅੱਜ ਤੱਕ ਦਾ ਅਲਟੀਮੇਟਮ ਦਿੱਤਾ ਸੀ, ਪਰ ਸ਼ਾਇਦ ਉਹ ਸੁਹਿਰਦ ਮਾਹੌਲ ਬਣ ਨਹੀਂ ਪਾ ਰਿਹਾ, ਜਾਂ ਫਿਰ ਉਸ ਸੁਹਿਰਦ ਮਾਹੌਲ ਦਾ ਮਤਲਬ ਕੀ ਸਮਝ ਪਾ ਰਹੇ ਹੋ ਤੁਸੀਂ? ਬਰਾੜ ਸਾਹਿਬ, ਇੱਦਾਂ ਹੈ ਕਿ ਦੇਖੋ, ਕੇਂਦਰ ਸਰਕਾਰ ਸ਼ੁਰੂ ਤੋਂ ਹੀ ਸੁਹਿਰਦ ਨਹੀਂ ਰਹੀ। ਉਹ ਆਪਣੀ ਅੜੀ ਤੇ ਅੜੇ ਹੋਏ ਨੇ। ਉਹ ਪ੍ਰਚਾਰ ਹੁਣ ਤੱਕ ਇਹੋ ਕਰ ਰਹੇ ਨੇ ਕਿ ਜੋ ਤਿੰਨੇ ਕਾਨੂੰਨ ਨੇ ਇਹ ਬਿਲਕੁਲ ਸਹੀ ਨੇ ਤੇ ਕਿਸਾਨਾਂ ਨੂੰ ਇਹਨਾਂ ਦੀ ਸਮਝ ਨਹੀਂ ਆ ਰਹੀ। ਅਸੀਂ ਤਾਂ ਕਿਸਾਨਾਂ ਦੇ ਭਲੇ ਵਾਸਤੇ ਕਾਨੂੰਨ ਬਣਾਏ ਸੀ ਕਿ, ਲੇਕਿਨ ਉਹ ਜਿਹੜੇ ਹੈਗੇ ਆ ਇਸ ਉਹਨਾਂ ਨੂੰ ਲੱਗਦਾ ਕਿ ਸਾਡੇ ਖਿਲਾਫ ਨੇ। ਲੇਕਿਨ ਜਿੰਨੀਆਂ ਵੀ ਹੁਣ ਤੱਕ ਜਿਹੜੀ ਵਾਰਤਾ ਹੋਈ ਹੈਗੀ ਹੈ ਕਿਸਾਨਾਂ ਦਰਮਿਆਨ ਤੇ ਕੇਂਦਰ ਦੇ ਨੁਮਾਇੰਦਿਆਂ ਦਰਮਿਆਨ, ਇਵਨ ਕਿ ਮੰਤਰੀ ਵੀ ਜਿਹੜੇ ਹੈਗੇ ਸ਼ਾਮਲ ਹੋਏ ਨੇ, 10-11 ਮੀਟਿੰਗਸ ਹੋ ਚੁੱਕੀਆਂ ਨੇ, ਜਿਹਦੇ ਵਿੱਚ ਤਿੰਨੇ ਕਾਨੂੰਨ ਲਾਈਨ ਬਾਈ ਲਾਈਨ ਤੇ ਕਲੌਜ਼ ਬਾਈ ਕਲੌਜ਼ ਵੀ ਡਿਸਕਸ ਹੋਏ, ਜਿੱਥੇ ਕਿਸਾਨਾਂ ਨੇ ਬਿਲਕੁਲ ਇਹ ਸਾਬਤ ਕਰਤਾ ਕਿ ਤਿੰਨੋਂ ਕਾਨੂੰਨ ਜਿਹੜੇ ਹੈਗੇ ਨੇ ਇਹ ਕਿਸਾਨ ਮਾਰੂ ਨੇ। ਅਗਰ ਇਹ ਕਾਨੂੰਨ ਲਾਗੂ ਹੁੰਦੇ ਨੇ ਤਾਂ ਇਕੱਲੇ ਕਿਸਾਨ ਨਹੀਂ, ਬਾਕੀ ਮਜ਼ਦੂਰ ਵੀ ਜੋ ਵੀ ਕੰਜ਼ਿਊਮਰਸ ਨੇ, ਚਾਹੇ ਉਹ ਪਿੰਡੂ ਨੇ ਚਾਹੇ ਉਹ ਸ਼ਹਿਰੀ ਨੇ, ਸਾਰਿਆਂ ਤੇ ਪ੍ਰਭਾਵ ਪਏਗਾ ਤੇ ਸਾਰਿਆਂ ਦਾ ਮਾੜਾ ਅਸਰ ਜਿਹੜਾ ਹੋਵੇਗਾ ਆਉਣ ਵਾਲੇ ਸਾਲਾਂ 'ਚ ਨਜ਼ਰ ਆਏਗਾ। ਦੂਜੀ ਗੱਲ, ਜੋ ਜੇ ਜਿਨਸਾਂ ਦੀ ਖਰੀਦ ਦੀ ਹੈਗੀ ਹੈ, ਮੋਟੇ ਤੌਰ ਤੇ ਕਣਕ ਤੇ ਝੋਨਾ ਖਰੀਦਿਆ ਜਾਂਦਾ ਹੈ ਤੇ ਉਹ ਵੀ ਜਿਹੜਾ ਪੰਜਾਬ, ਹਰਿਆਣਾ, ਵੈਸਟਰਨ ਯੂਪੀ ਜਾਂ ਥੋੜ੍ਹਾ ਬਹੁਤਾ ਰਾਜਸਥਾਨ ਤੇ ਯੂਪੀ ਦੇ ਮੱਧ ਪ੍ਰਦੇਸ਼ ਦੇ ਵਿੱਚੋਂ ਖਰੀਦਿਆ ਜਾਂਦਾ ਹੈ। ਤੇ ਉਹ ਵੀ ਜਿਹੜਾ ਸਿਸਟਮ ਜਿਹੜਾ ਬਣਿਆ, ਜਿਹੜੀ ਮਜ਼ਬੂਤ ਮੰਡੀਕਰਨ ਸਿਸਟਮ ਹੈਗਾ, ਉਹ ਸਭ ਤੋਂ ਵਧੀਆ ਪੰਜਾਬ ਦਾ ਹੈਗਾ। ਉਸ ਤੋਂ ਬਾਅਦ ਹਰਿਆਣਾ, ਥੋੜਾ ਜਿਹਾ ਯੂਪੀ, ਥੋੜੇ ਏਰੀਏ ਦੇ ਵਿੱਚ ਨਹੀਂ। ਚਲੋ ਉਹ ਸਵੈਦ ਸਾਹਿਬ, ਉਹ ਸਾਰੀਆਂ ਗੱਲਾਂ ਤਾਂ ਚੱਲਦੀਆਂ ਰਹੀਆਂ ਨੇ, ਵੀ ਮੁੱਦੇ ਕੀ ਨੇ ਬਹੁਤ ਵਾਰ ਡਿਸਕਸ ਵੀ ਹੋ ਚੁੱਕੀਆਂ। ਗੱਲ ਹੁਣ 26 ਤਰੀਕ ਦੀ ਜਾਂ 6 ਮਹੀਨਿਆਂ ਦੀ ਆ ਗਈ ਹੈ ਕਿ 6 ਮਹੀਨੇ ਹੋ ਗਏ ਹੈ। ਹੁਣ 26 ਤਰੀਕ ਨੂੰ ਜਿਹੜੀ ਕਿਸਾਨਾਂ ਨੇ ਕਾਲ ਦਿੱਤੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਕੇਂਦਰ ਸਰਕਾਰ ਦਬਾਅ ਦੇ ਵਿੱਚ ਆਏਗੀ ਇਸ ਕਾਲ ਦੇ ਨਾਲ? ਦੇਖੋ, ਬਹੁਤ ਮੰਦਭਾਗੀ ਗੱਲ ਹੈਗੀ ਹੈ ਕਿ ਇਹ ਅੰਦੋਲਨ ਇੰਨਾ ਲੰਬਾ ਜਿਹੜਾ ਹੈਗਾ ਕਿਸਾਨਾਂ ਨੂੰ ਚਲਾਉਣਾ ਪਿਆ, ਕਿਉਂਕਿ ਸਰਕਾਰਾਂ ਜੋ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਹੁੰਦੀਆਂ ਨੇ, ਜਮਹੂਰੀ ਸਾਡਾ ਸਿਸਟਮ ਹੈਗਾ ਤੇ ਸੰਵਿਧਾਨ ਦੇ ਮੁਤਾਬਕ ਚੱਲਦਾ ਹੈਗਾ। ਸਰਕਾਰਾਂ ਨੂੰ ਸੰਵੇਦਨਸ਼ੀਲ ਹੋਣਾ ਚਾਹੀਦਾ ਹੈਗਾ। ਜੋ ਮੰਗਾਂ ਹੁਣ ਤੱਕ ਮੰਗੀ ਜਾਣੀਆਂ ਚਾਹੀਦੀਆਂ ਸੀ, ਤਿੰਨੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹੁਣ ਤੱਕ, ਤੇ ਐਮਐਸਪੀ ਦੇ ਜਿਹੜਾ ਕਾਨੂੰਨ ਬਣਾਉਣਾ ਉਹ ਬਣ ਜਾਣਾ ਚਾਹੀਦਾ ਸੀਗਾ। ਇਹ ਸਰਕਾਰ ਦੀ ਨਲਾਇਕੀ ਹੈਗੀ ਹੈ, ਸਰਕਾਰ ਦੀ ਨਲਾਇਕੀ ਹੈ, ਅੜੀ ਆਪਣੇ ਅਹੰਕਾਰ ਹੈਗਾ। ਜਿਹੜਾ 6 ਮਹੀਨੇ ਲੰਬਾ ਕਾਨੂੰਨ ਚੱਲਿਆ, ਦੇਖੋ ਜਿਹੜਾ ਅੰਦੋਲਨ ਚੱਲਿਆ ਹੈਗਾ, ਤੇ ਲੱਗਦਾ ਇਹ ਹੈ ਕਿ ਸਰਕਾਰ ਤੇ ਦਬਾਅ, ਦੇਖੋ ਦਬਾਅ ਬਣੇਗਾ ਤੇ ਬਿਲਕੁਲ ਸਰਕਾਰ ਨੂੰ ਗੱਲ ਮੰਨਣੀ ਪਏਗੀ। ਦਬਾਅ ਤਰ੍ਹਾਂ ਨਾਲ ਪਾਇਆ ਜਾ ਸਕਦਾ। ਕੱਲ ਦਾ ਜਿਹੜਾ 26 ਮਈ ਦਾ ਜਿਹੜਾ ਕਿਸਾਨਾਂ ਨੇ ਪ੍ਰੋਗਰਾਮ ਦਿੱਤਾ ਹੈ ਕਿ ਹਰ ਘਰ ਤੇ ਆਪਣੇ ਟਰੈਕਟਰਾਂ ਤੇ ਪਿੰਡਾਂ 'ਚ, ਸ਼ਹਿਰਾਂ 'ਚ, ਹਰ ਥਾਂ ਤੇ ਜਿਹੜੇ ਕਾਲੇ ਝੰਡੇ ਲਹਿਰਾਏ ਜਾਣਗੇ, ਅਸੀਂ ਇਹ ਵਿਰੋਧ ਦਾ ਇੱਕ ਪ੍ਰਤੀਕ ਹੈਗਾ ਜੀ, ਤੇ ਬਿਲਕੁਲ ਠੀਕ ਹੈਗਾ। ਇਹਦੇ ਨਾਲ ਕੇਂਦਰ ਸਰਕਾਰ ਤੇ ਫਰਕ ਤਾਂ ਪਏਗਾ। ਜਿਵੇਂ ਹੁਣ ਦੇਖੋ ਤੁਸੀਂ, ਮਤਲਬ ਅੜੀਅਲਪਣ ਦੀ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੀ, ਇੰਨੀ ਜ਼ਿਆਦਾ ਉਹਨਾਂ ਦੇ ਹੰਕਾਰ ਹੈਗਾ ਕਿ ਉਹ ਗੱਲ ਸੁਣਨ ਨੂੰ ਤਿਆਰ ਹੀ ਨਹੀਂ। ਅੱਜ ਵੀ ਗੱਲ ਕਰਦੇ ਨੇ ਜੀ, ਇੱਕ ਸ਼ੋਸ਼ਾ ਛੱਡ ਦਿੰਦੇ ਨੇ ਵੀ ਸਰਕਾਰ ਗੱਲ ਕਰਨ ਨੂੰ ਤਿਆਰ ਹੈਗੀ ਹੈ। ਕੋਈ ਸੰਜੀਦਗੀ ਨਹੀਂ ਹੈਗੀ ਹੈ। ਸਿਰਫ ਤੇ ਸਿਰਫ ਕਿਸਾਨਾਂ ਨੂੰ ਹੋਰ ਮਤਲਬ ਲੰਮਾ ਖਿੱਚ ਕੇ ਅੰਦੋਲਨ ਨੂੰ ਖਤਮ ਕਰਨ ਦੀ ਜਿਹੜੀ ਹੈਗੀ, ਉਹ ਤਾਂ ਹਰਜੀਤ ਗਰੇਵਾਲ ਹੋਰੀ ਕਹਿ ਰਹੇ ਨੇ। ਹਰਜੀਤ ਗਰੇਵਾਲ ਹੋਰਾਂ ਦਾ ਬਿਆਨ ਆਇਆ ਸੀ ਕਿ ਇਹ ਕਿਸਾਨ ਸਾਨੂੰ ਲਿਖ ਕੇ ਭੇਜਣ ਕਿ ਅਸੀਂ ਕਿਹੜੀ ਗੱਲ ਲਈ ਹੈ, ਅਸੀਂ ਸ਼ਰਤਾਂ ਦੇ ਨਾਲ ਗੱਲਬਾਤ ਨਹੀਂ ਕਰਾਂਗੇ। ਇਸ ਤਰੀਕੇ ਦੀ ਜਿਹੜੀ ਪ੍ਰਤੀਕਰਮ ਨੇ ਉਹ ਬੀਜੇਪੀ ਬਰਾੜ ਸਾਹਿਬ, ਇਹ ਸਾਰੇ ਬਹਾਨੇ ਨੇ, ਚੁੱਕੇ ਨੇ, ਆਲਰੇਡੀ ਆ ਚੁੱਕੇ ਨੇ। ਇਹ ਸਾਰੇ ਬਹਾਨੇ ਨੇ ਜੀ। ਇਹ ਸਰਕਾਰ ਦੇ ਜਿਹੜੇ ਬਸ ਐਵੇਂ ਛੱਡ ਦਿੰਦੇ ਨੇ ਗੱਲ। ਅੱਜ ਗੱਲ ਹੋਰ ਛੱਡਤੀ, ਉਹ ਮੀਡੀਆ 'ਚ ਗੱਲ ਉਹੀ ਚੱਲੀ ਜਾਂਦੀ ਹੈਗੀ ਹੈ। ਕੋਈ ਸੰਜੀਦਗੀ ਨਹੀਂ ਹੈਗੀ ਸਰਕਾਰ ਵੱਲੋਂ, ਕੋਈ ਸੰਜੀਦਗੀ ਨਹੀਂ ਹੈਗੀ ਹੈ। ਐਵੇਂ ਬਸ ਕੋਈ ਬਿਆਨ ਦੇਤਾ, ਅੱਜ ਦੇਤਾ, ਕੱਲ ਦੇਤਾ, ਸਿਰਫ ਤੇ ਸਿਰਫ ਲਟਕਾਉਣ ਵਾਸਤੇ ਕਿ ਕਿਸਾਨ ਆਪੇ ਇੱਥੋਂ ਦੇਖੋ ਜੀ, ਆਪੇ ਹੌਲੀ ਹੌਲੀ ਥੱਕ ਕੇ ਟੁੱਟ ਕੇ ਚਲੇ ਜਾਣਗੇ। ਲੇਕਿਨ ਇਹ ਲੜਾਈ ਜਿਹੜੀ ਕਿਸਾਨਾਂ ਦੀ ਹੈਗੀ ਹੈ, ਇਹ ਇਕੱਲੇ ਕਿਸਾਨਾਂ ਦੀ ਨਹੀਂ ਹੈ, ਸਾਡੇ ਸਾਰਿਆਂ ਦੀ ਲੜਾਈ ਹੈਗੀ ਹੈ। ਇਹ ਆਪਣੀ ਹੋਂਦ ਦੀ ਲੜਾਈ ਹੈਗੀ, ਆਪਣੀ ਜ਼ਮੀਨਾਂ ਦੀ ਲੜਾਈ ਹੈਗੀ, ਕਿਸਾਨੀ ਦੀ ਲੜਾਈ ਹੈਗੀ। ਕਿਸਾਨੀ ਨੂੰ ਅਗਰ ਕਾਇਮ ਰੱਖਣਾ ਆਪਾਂ ਨੂੰ ਤਾਂ ਸਾਰਿਆਂ ਨੂੰ ਲੜਨਾ ਪੈਣਾ ਸਾਂਝੇ ਤੌਰ ਤੇ। ਇਹ ਬਿਲਕੁਲ ਇਹ ਜਿਹੜਾ ਹੈਗਾ ਅੰਦੋਲਨ ਅੱਗੇ ਚੱਲੇਗਾ,
ਕਿਉਂਕਿ ਸਰਕਾਰ ਹਜੇ ਵੀ ਲੱਗਦੀ ਨਹੀਂ ਸਰਕਾਰ ਕਿਸੇ ਮੂਡ 'ਚ ਹੈ ਹੀ ਨਹੀਂ। ਸਰਕਾਰ ਦੀ ਕੋਈ ਦੇਖੋ ਸੰਜੀਦਗੀ ਹੈ ਹੀ ਨਹੀਂ ਬਿਲਕੁਲ ਵੀ। ਤੁਹਾਡੇ ਤੇ ਸਵੈਚ ਸਾਹਿਬ ਤੁਹਾਡੀ ਪਾਰਟੀ ਤੇ ਬਹੁਤ ਬੀਜੇਪੀ ਵੱਲੋਂ ਜਾਂ ਹੋਰ ਜਿਹੜੇ ਵੀ ਇਹਨਾਂ ਦੇ ਨੁਮਾਇੰਦੇ ਸੀ ਉਹਨਾਂ ਵੱਲੋਂ ਕਾਂਗਰਸ ਪਾਰਟੀ ਤੇ ਇਹ ਲੱਗੇ ਨੇ ਇਲਜ਼ਾਮ ਸਿੱਧੇ ਕਿ ਕਾਂਗਰਸ ਪਾਰਟੀ ਜਿਹੜੀ ਕਿਸਾਨਾਂ ਨੂੰ ਹੈ ਉਹ ਹੱਲਾਸ਼ੇਰੀ ਦਿੰਦੀ ਹੈ ਜਾਂ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਅੰਦੋਲਨ ਲਈ ਅੱਗੇ ਵਧੋ, ਤੇ ਇਹ ਇਸ ਦੇ ਵਿੱਚ ਪਿੱਛੇ ਮਤਲਬ ਕਾਂਗਰਸ ਦੀ ਪੋਲਿਟਿਕਸ ਜੁੜੀ ਹੋਈ ਹੈ, ਕਾਂਗਰਸ ਦਾ ਵੋਟ ਬੈਂਕ ਜੁੜਿਆ ਹੋਇਆ। ਇਸ ਤਰੀਕੇ ਦੀਆਂ ਜਿਹੜੀਆਂ ਜਿਵੇਂ ਆਮ ਸਿਆਸੀ ਜਮਾਤਾਂ ਦੇ ਵਿੱਚ ਇਹ ਇਲਜ਼ਾਮ ਤਰਾਸ਼ੀ ਹੁੰਦੀ ਆ, ਉਹ ਕਾਂਗਰਸ ਪਾਰਟੀ ਤੇ ਵੀ ਹੁੰਦੀ ਰਹੀ ਹੈ। ਦੇਖੋ ਅਗਰ ਬੀਜੇਪੀ ਕਾਂਗਰਸ ਪਾਰਟੀ ਤੇ ਇਹ ਇਲਜ਼ਾਮ ਲਾਉਂਦੀ ਹੈਗੀ ਹੈ ਤਾਂ ਸਾਨੂੰ ਕੋਈ ਗੁਰੇਜ਼ ਨਹੀਂ ਹੈਗਾ ਮੰਨਣ 'ਚ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈਗਾ। ਕਾਂਗਰਸ ਪਾਰਟੀ ਦੇ ਵੀ ਤਾਂ ਅਸੀਂ ਜਿਹੜੇ ਵਰਕਰ ਨੇ, ਲੀਡਰ ਉਹ ਕਿਸਾਨ ਨੇ। ਇਸੇ ਤਰ੍ਹਾਂ ਬਾਕੀ ਪੋਲੀਟੀਕਲ ਪਾਰਟੀਜ਼ ਦੇ ਵੀ ਲੋਕ ਵਿੱਚ ਵਰਕਰ ਜਿਹੜੇ ਹੈਗੇ ਨੇ, ਲੀਡਰ ਨੇ, ਉਹ ਕਿਸਾਨ ਨੇ। ਸਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ। ਜਿਹੜੇ ਬਾਕੀ ਧੰਦਿਆਂ ਵਾਲੇ ਵੀ ਉਹ ਵੀ ਸਾਡੇ ਸਾਰੇ ਪੰਜਾਬ ਦੇ ਲੋਕ ਕਿਸਾਨੀ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੇ ਵਿੱਚ ਜੋ ਇੰਡਸਟਰੀ ਵੀ ਹੈ ਉਹ ਵੀ ਕਿਸਾਨੀ ਨਾਲ ਜੁੜੀ ਹੋਈ ਹੈ। ਹਰ ਚੀਜ਼ ਕਿਸਾਨੀ ਨਾਲ ਜੁੜੀ ਹੋਈ ਹੈ। ਉਪਜਾਊ ਜ਼ਮੀਨ ਇੱਥੇ ਹੈਗੀ ਹੈ। ਅਸੀਂ ਪੂਰੇ ਦੇਸ਼ ਦਾ ਢਿੱਡ ਭਰਿਆ ਤੇ ਹੁਣ ਵੀ ਭਰ ਰਹੇ ਹਾਂ ਅਸੀਂ। ਅੱਜ ਵੀ ਤੁਸੀਂ ਦੇਖੋ ਜਿਹੜੀ ਕੇਂਦਰੀ ਪੂਲ ਦੇ ਵਿੱਚ ਜਿਹੜੀ ਵੱਡੀ ਪ੍ਰੋਫੈਸਰ ਮਨਜੀਤ ਸਿੰਘ ਜੁੜ ਗਏ ਨੇ ਸਾਡੇ ਨਾਲ। ਪ੍ਰੋਫੈਸਰ ਮਨਜੀਤ, ਮੇਰੀ ਆਵਾਜ਼ ਮਿਲ ਪਾ ਰਹੀ ਹੈ ਤੁਹਾਨੂੰ? ਹਾਂਜੀ ਹਾਂਜੀ ਵਿਰਾਟ। ਹਾਂ, ਅੱਛਾ ਪ੍ਰੋਫੈਸਰ ਸਾਹਿਬ, ਮੈਂ ਸਵੈਚ ਸਾਹਿਬ ਨਾਲ ਗੱਲਬਾਤ ਕਰ ਰਿਹਾ ਸੀ ਇਸੇ ਨੋਟ ਤੇ, ਤੁਸੀਂ ਮਾੜਾ ਜਿਹਾ 2-4 ਮਿੰਟ ਲੇਟ ਜੁੜੇ ਹੋ। ਬੇਸਿਕਲੀ ਇਸ ਵੇਲੇ ਹੁਣ ਕਿਉਂਕਿ 6 ਮਹੀਨੇ ਪੂਰੇ ਹੋਣ ਵਾਲੇ ਹੈ, 2-3 ਸਵਾਲ ਨੇ ਮੇਰੇ ਕਿ 6 ਮਹੀਨਿਆਂ ਦੇ ਵਿੱਚ ਅੰਦੋਲਨ ਕਿਸ ਮੁਕਾਮ ਤੇ ਖੜਾ ਤੁਹਾਡੇ ਹਿਸਾਬ ਨਾਲ, ਔਰ ਜੋ ਇਸ ਵੇਲੇ ਗੱਲਬਾਤ ਦੀ ਕੋਸ਼ਿਸ਼ ਆਪਾਂ ਕਹੀਏ ਹੋ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਚਿੱਠੀ ਲਿਖੀ ਹੈ, ਓਬਵੀਅਸਲੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ, 25 ਤਰੀਕ ਤੱਕ ਦਾ ਟਾਈਮ ਵੀ ਦਿੱਤਾ ਸੀ, ਕੋਈ ਜਵਾਬ ਨਹੀਂ ਆਇਆ। ਸੁਹਿਰਦ ਮਾਹੌਲ ਦੀ ਗੱਲਬਾਤ ਹੁੰਦੀ ਹੈ ਕਿ ਸੁਹਿਰਦ ਮਾਹੌਲ ਨਹੀਂ ਹੁੰਦਾ। ਦੂਜੇ ਪਾਸੇ ਜ਼ਿਕਰ ਕਰਦੀ ਹੈ ਬੀਜੇਪੀ ਜਾਂ ਉਹਨਾਂ ਦੇ ਆਗੂ ਕੇ ਪ੍ਰਦਰਸ਼ਨਾਂ ਦੇ ਨਾਲ ਗੱਲਬਾਤ ਲੀ ਤੇ ਨਹੀਂ ਚੜ੍ਹਦੀ। ਇਸ ਵੇਲੇ ਜਿਸ ਤਰੀਕੇ ਦਾ ਮਾਹੌਲ ਹੈ, ਜਿਸ ਤਰੀਕੇ ਦੀ ਸਥਿਤੀ ਹੈ, ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਗੱਲਬਾਤ ਦੇ ਤਰੀਕਿਆਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਸੋ 6 ਮਹੀਨਿਆਂ ਬਾਅਦ ਇਸ ਅੰਦੋਲਨ ਨੂੰ ਤੁਸੀਂ ਅੱਜ ਕਿੱਥੇ ਖੜਾ ਵੇਖਦੇ ਹੋ, ਔਰ ਕੀ ਉਮੀਦ ਹੈ ਹੁਣ ਗੱਲਬਾਤ ਜਾਂ ਕਿਸੇ ਦਬਾਅ ਦੇ ਨਾਲ ਇਹ ਮਸਲਾ ਹੱਲ ਹੋਣ ਵੱਲ ਵੱਧ ਸਕਦਾ ਹੈ? ਮੈਨੂੰ ਲੱਗਦਾ ਹੈ ਕਿ ਸਰਕਾਰ ਬਹੁਤ ਉਲਝ ਜੀ ਗਈ ਹੈਗੀ ਹੈ। ਇੱਕ ਪਾਸੇ ਤਾਂ ਕਰੋਨਾ ਨੇ ਬਹੁਤ ਭੂਤਨੀ ਭੁਲਾਈ ਹੋਈ ਆ, ਦੂਜੇ ਪਾਸੇ ਕਿਸਾਨ ਵੱਡੀ ਪੱਧਰ ਤੇ ਉੱਥੇ ਬੈਠੇ ਹੋਏ ਆ, ਉਹ ਕਿਸੇ ਤਰੀਕੇ ਨਾਲ ਵੀ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਔਰ ਜਿਸ ਕਿਸਮ ਦਾ ਸਰਕਾਰ ਨੇ ਸ਼ੁਰੂ ਤੋਂ ਹੀ ਇੱਕ ਰਵੱਈਆ ਬਣਾ ਲਿਆ ਕਿ ਕਾਨੂੰਨ ਤੇ ਵਾਪਸ ਨਹੀਂ ਹੋ ਸਕਦੇ। ਬੀਜੇਪੀ ਦੇ ਜਿੰਨੇ ਵੀ ਸਪੋਕਸਮੈਨ ਆ ਇਹੋ ਹੀ ਕਹਿੰਦੇ, ਦੇਖੋ ਜੀ ਹੋਰ ਜੋ ਮਰਜ਼ੀ ਕਰਾ ਲਓ, ਕਾਨੂੰਨ ਤੇ ਨਹੀਂ ਵਾਪਸ ਹੋ ਸਕਦੇ। ਕੀ ਗੱਲ ਇਹ ਰੱਬ ਨੇ ਭੇਜ ਦਿੱਤੇ ਆ ਕਾਨੂੰਨ? ਕਾਨੂੰਨ ਤੇ ਆਪਣੇ ਹੀ ਆ, ਆਪਣੇ ਲੋਕਾਂ ਵੱਲੋਂ ਪਾਸ ਕੀਤੇ, ਆਪਣੇ ਲੋਕਾਂ ਲਈ ਪਾਸ ਕੀਤੇ। ਜੇ ਲੋਕ ਕਹਿੰਦੇ ਆ ਕਿ ਸਾਨੂੰ ਨਹੀਂ ਚਾਹੀਦੇ ਤੇ ਇੱਕ ਵਾਰੀ ਵਾਪਸ ਕਰਨ 'ਚ ਕੀ ਹਰਜ ਆ? ਮੈਨੂੰ ਲੱਗਦਾ ਇੰਨੀ ਜੇਦ ਲੋਕਤੰਤਰ ਦੇ ਵਿੱਚ ਅੱਛੀ ਨਹੀਂ ਹੁੰਦੀ। ਜਿੱਥੇ ਇੱਕ ਪਾਸੇ ਸਰਕਾਰ ਕਰੋਨਾ ਵਿੱਚ ਉਲਝੀ ਹੋਈ ਹੈ, ਕੋਈ ਹਸਪਤਾਲਾਂ 'ਚ ਦਵਾਈਆਂ ਨਹੀਂ ਮਿਲ ਰਹੀਆਂ, ਆਕਸੀਜਨ ਨਹੀਂ ਮਿਲ ਰਹੀ, ਡਾਕਟਰ ਨਹੀਂ ਹੈਗੇ, ਸਹੂਲਤਾਂ ਨਹੀਂ ਆ, ਬੜੀ ਵੱਡੀ ਗਿਣਤੀ 'ਚ ਸਾਡੇ ਸੱਜਣ ਜਿਹੜੇ ਭੈਣ ਭਰਾ ਮੌਤਾਂ ਹੋ ਰਹੀਆਂ। ਦੂਜੇ ਪਾਸੇ ਕਿਸਾਨ ਉਸੇ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਦੇ ਹੋਏ ਡਟੇ ਹੋਏ ਆ, ਐਨ ਮੋਰਚੇਬੰਦੀ ਹੋਈ ਆ। ਔਰ ਜੋ ਮੈਂ ਪਿੱਛੇ ਜਿਹਾ ਹੁਣੇ ਅਗਰਾਹਾਂ ਦੀਆਂ 3-4 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਚੰਡੀਗੜ੍ਹ 'ਚ ਹੋਈ ਹੈ, ਉਦੋਂ ਬਾਅਦ ਬਲਬੀਰ ਸਿੰਘ ਰਾਜੇਵਾਲੇ ਦੀ ਹੋਈ ਹੈ, ਮੈਂ ਉੱਥੇ ਹੀ ਸੀਗਾ। ਔਰ ਉਹਨਾਂ ਦੀਆਂ ਜਿਹੜੀਆਂ ਬੁਲੰਦੀਆਂ ਹੈਗੀਆਂ ਉਹ ਕਹਿੰਦੇ ਸਵਾਲ ਹੀ ਨਹੀਂ ਪੈਦਾ ਹੁੰਦਾ, ਅਸੀਂ 1-1.5 ਮਹੀਨਾ ਹੋਰ ਦੇਖਾਂਗੇ ਔਰ ਅਸੀਂ ਆਪਣਾ ਪੂਰਾ ਦਬਾਅ ਪ੍ਰੋਸੈਸ਼ਨ ਜਿਹੜੇ ਪ੍ਰੋਟੈਸਟ ਆ ਤਗੜੇ ਤੌਰ ਤੇ ਲਾਂਚ ਕਰਾਂਗੇ। ਜੇ ਨਹੀਂ ਹੈ ਤੇ ਫਿਰ ਸਾਡਾ ਜਿਹੜਾ ਮੂੰਹ ਆ ਉਹ ਜਿਹੜਾ ਉੱਤਰਾਖੰਡ ਤੇ ਯੂਪੀ ਵੱਲ ਨੂੰ ਹੋਊਗਾ। ਇੱਕ ਇਹੋ ਜੀ ਵੱਡੀ ਰੈਲੀ ਉੱਥੇ ਹੋਊਗੀ ਕਿ ਸਾਰੀ ਦੁਨੀਆ ਯਾਦ ਰੱਖੂਗੀ, ਪੂਰਾ ਦੇਸ਼ ਉੱਥੇ ਉਮੜ ਕੇ ਆ ਜਾਊਗਾ ਤੇ ਐਵੇਂ ਹੋਊਗਾ ਕਿ ਜਿਵੇਂ ਉਸ એનર્ਜੀ ਨੂੰ ਪੂਰੇ ਦੇਸ਼ ਦੇ ਵਿੱਚ ਭੇਜਿਆ ਜਾਊਗਾ ਕਿ ਬੀਜੇਪੀ ਜਾਂ ਜਿਹੜੀ ਸਰਕਾਰ ਹੈ ਉਹ ਸਾਡੀ ਨਹੀਂ ਸੁਣ ਰਹੀ। ਉਹਨਾਂ ਦੇ ਦਬਾਅ ਪਾਉਣ ਲਈ ਕਿ ਪਲੀਜ਼ ਉਹਨਾਂ ਨੂੰ ਸਮਝਾਓ ਕਿ ਸਾਡੀ ਗੱਲ ਸੁਣਨ, ਤਾਂ ਕਿ ਫਿਰ ਅਸੀਂ ਕਿਤੇ ਨਾ ਕਿਤੇ ਆਪਣੇ ਘਰਾਂ ਨੂੰ ਵਾਪਸ ਜਾਈਏ। ਸਾਡੇ ਵੀ ਘਰਾਂ ਦੇ ਵਿੱਚ ਦੁੱਖ ਦਰਦ ਇੰਨਾ ਪਾਇਆ ਜਾ ਰਿਹਾ, ਸਾਡੇ ਘਰਾਂ ਦੇ ਵਿੱਚ ਤਬਾਹੀਆਂ ਮੱਛੀਆਂ ਹੋਈਆਂ ਆ, ਅਸੀਂ ਜਾਣਾ ਚਾਹੁੰਦੇ ਆ ਪਰ ਸਰਕਾਰ ਅਜੇ ਤੱਕ ਉਧਰ ਨੂੰ ਕੋਈ ਧਿਆਨ ਨਹੀਂ ਦੇ ਰਹੀ। ਠੀਕ ਹੈ। ਪੰਦੇਰ ਸਾਹਿਬ ਜੁੜੇ ਨੇ ਸਾਡੇ ਨਾਲ, ਸਰਵਨ ਸਿੰਘ ਪੰਦੇਰ ਕਿਸਾਨ ਆਗੂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ। ਪੰਦੇਰ ਸਾਹਿਬ, 6 ਮਹੀਨੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ, 26 ਤਰੀਕ ਦੁਬਾਰੇ ਆ ਗਈ ਹੈ, 26 ਨਵੰਬਰ ਨੂੰ ਇਹ ਸ਼ੁਰੂਆਤ ਹੋਈ ਸੀ। ਹਾਲਾਂਕਿ ਉਸ ਤੋਂ ਪਹਿਲਾਂ ਵੀ 2-3 ਮਹੀਨੇ ਤੋਂ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਔਰ 6 ਮਹੀਨੇ ਦਿੱਲੀ ਦੀਆਂ ਜਿਹੜੀਆਂ ਬਰੂਹਾਂ ਤੇ ਜਾਂ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ ਹੋ ਗਏ ਨੇ।
ਕਿਸ ਤਰੀਕੇ ਦੇ ਸੁਹਿਰਦ ਮਾਹੌਲ ਦੀ ਐਕਸਪੈਕਟੇਸ਼ਨ ਕਿਸਾਨ ਕਰ ਰਹੇ ਨੇ ਜਾਂ ਕਿਸ ਤਰੀਕੇ ਦੇ ਸੁਹਿਰਦ ਮਾਹੌਲ ਦੀ ਉਮੀਦ ਤੁਹਾਡੇ ਹਿਸਾਬ ਨਾਲ ਸਰਕਾਰ ਕਰ ਰਹੀ ਹੈ? ਕਿਉਂਕਿ ਜਦੋਂ ਵੀ ਜ਼ਿਕਰ ਹੁੰਦਾ ਬਿਆਨਾਂ ਦੇ ਵਿੱਚ, ਕਿਉਂਕਿ ਸਾਡੇ ਕੋਲੇ ਤਾਂ ਬਿਆਨ ਹੀ ਆਉਂਦੇ ਨੇ ਔਰ ਅਸੀਂ ਬਿਆਨਾਂ ਨੂੰ ਹੀ ਅੱਗੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ, ਚਾਹੇ ਕਿਸਾਨ ਆਗੂਆਂ ਦੇ ਬਿਆਨ ਹੋਣ, ਚਾਹੇ ਦੂਜੇ ਪਾਸੇ ਇਹ ਜਿਹੜੇ ਬੀਜੇਪੀ ਦੇ ਨੇਤਾਵਾਂ ਦੇ ਜਾਂ ਹੋਰ ਪੋਲੀਟੀਕਲ ਪਾਰਟੀਆਂ ਦੇ ਬਿਆਨ ਹੋਣ। ਹੁਣ ਉਹਨਾਂ ਬਿਆਨਾਂ ਦੇ ਵਿੱਚੋਂ ਚੀਜ਼ਾਂ ਨੂੰ ਸਮਝਣਾ ਕਿ ਕਿਸ ਪਾਸਿਆਂ ਨੇ ਸੁਹਿਰਦ ਮਾਹੌਲ ਦਾ ਜ਼ਿਕਰ ਬਹੁਤ, ਮੈਂ ਵਾਰ-ਵਾਰ ਇਸ ਲਫ਼ਜ਼ ਦਾ ਜ਼ਿਕਰ ਇਸ ਲਈ ਕਰ ਰਿਹਾ ਕਿ ਪਹਿਲੇ ਦਿਨ ਤੋਂ ਇਸ ਚੀਜ਼ ਦਾ ਜ਼ਿਕਰ ਹੁੰਦਾ ਆ ਰਿਹਾ। ਹੁਣ ਫਿਰ ਹਰਜੀਤ ਗਰੇਵਾਲ ਹੋਰੀ ਹੋਣ ਜਾਂ ਹੋਰ ਲੀਡਰ ਹੋਣ, ਉਹ ਕਹਿੰਦੇ ਆ ਵੀ ਸੁਹਿਰਦ ਮਾਹੌਲ ਜੇ ਹੋਊਗਾ ਤੇ ਗੱਲਬਾਤ ਹੋ ਜਾਏਗੀ। ਸੋ ਤੁਹਾਡੇ ਹਿਸਾਬ ਨਾਲ ਸੁਹਿਰਦ ਮਾਹੌਲ ਦੀ ਡੈਫੀਨੇਸ਼ਨ ਕੀ ਹੈ? ਕਿ ਤੁਸੀਂ ਸੁਹਿਰਦ ਮਾਹੌਲ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਚਿੱਠੀ ਸੀ ਉਹ ਜਿਹੜੀ ਹੁਣ ਭੇਜੀ ਗਈ ਹੈ, ਕੀ ਉਹ ਸੁਹਿਰਦ ਮਾਹੌਲ ਵੱਲ ਨਹੀਂ ਜਾ ਰਹੀ? ਕਿਉਂਕਿ ਪ੍ਰਦਰਸ਼ਨਾਂ ਨੂੰ ਲੈ ਕੇ ਵੀ ਸਵਾਲ ਤੁਹਾਡੇ ਤੇ ਖੜੇ ਹੋ ਰਹੇ ਨੇ। ਪਦੇਰ ਸਾਹਿਬ ਦੇਖੋ ਜੀ, ਇਹ ਤਾਂ ਹੁਣ ਜਿਹੜੀ ਸੁਹਿਰਦ ਮਾਹੌਲ ਦੇ ਸ਼ਬਦ ਦੀ ਵਿਆਖਿਆ ਵਾ, ਹੁਣ ਇਹ ਤਾਂ ਹਰ ਬੰਦਾ ਆਪਦੇ ਹਿਸਾਬ ਨਾਲ ਹੀ ਕਰਦਾ ਵਾ। ਪਦੇਰ ਸਾਹਿਬ ਮੇਰੀ ਆਵਾਜ਼ ਮਿਲ ਪਾ ਰਹੀ ਹੈ? ਹਾਂ ਆ ਰਹੀ ਆਵਾਜ਼ ਆ ਰਹੀ, ਮੇਰੀ ਆਵਾਜ਼ ਆ ਰਹੀ ਕਿ ਨਹੀਂ ਆ ਰਹੀ? ਮੇਰਾ ਸਵਾਲ ਸੁਣਿਆ ਜਾਂ ਮੈਂ ਰਿਪੀਟ ਕਰਾਂ? ਨਹੀਂ ਸਵਾਲ ਸੁਣਿਆ ਜੀ, ਸੁਣਿਆ। ਮੈਂ ਤੁਹਾਡੇ ਤੋਂ ਰਿਐਕਸ਼ਨ ਚਾਹਣਾ ਜੀ ਇਸ ਤੇ। ਹਾਂ ਆਵਾਜ਼ ਮੇਰੀ ਆ ਰਹੀ ਹੈ, ਮੈਂ ਤੇਰੇ ਸੁਣ ਲਿਆ ਸਵਾਲ। ਹਾਂਜੀ ਬਿਲਕੁਲ ਆ ਰਹੀ ਹੈ, ਤੁਸੀਂ ਕਹਿ ਸਕਦੇ ਹੋ ਆਪਣੀ ਗੱਲ। ਮੈਂ ਤਾਂ ਇਹ ਕਿਹਾ ਸੀਗਾ ਵੀ ਜਿਹੜੀ ਕਹਿੰਦੇ ਸੁਹਿਰਦ ਮਾਹੌਲ ਦੀ, ਉਹ ਸੁਹਿਰਦ ਮਾਹੌਲ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਜੀ, ਹਰ ਬੰਦਾ ਆਪਦੇ ਹਿਸਾਬ ਨਾਲ ਕਰਦਾ। ਠੀਕ ਹੈ। ਇਹ 3 ਜੂਨ ਤੋਂ 5 ਜੂਨ ਨੂੰ ਕਾਨੂੰਨ ਆਏ ਆ, ਠੀਕ ਹੈ। ਤਾਂ ਜਿਹੜੀ ਜਥੇਬੰਦੀ ਤਾਂ 8 ਜੂਨ ਨੂੰ ਆ ਗਈ ਸੀ ਪੰਜਾਬ, ਠੀਕ ਹੈ ਜੀ। ਇਹ ਉਦੋਂ ਤੋਂ ਸੰਘਰਸ਼ ਕਰ ਰਹੇ। ਪੰਜਾਬ ਦੇ ਵਿੱਚ ਅਸੀਂ ਨਵੰਬਰ ਤੱਕ ਰਹੇ, 26 ਨਵੰਬਰ ਤੱਕ ਪੰਜਾਬ ਦੇ ਵਿੱਚ ਜੀ। ਕੇਂਦਰ ਦਸਤੇ ਉਦੋਂ ਕਿਹੜਾ ਮਾਹੌਲ ਉਹਦੇ ਦੀ ਸੁਹਿਰਦ ਨਹੀਂ ਸੀ ਹੈਗਾ। ਜੇ ਸਹੀ ਹੁੰਦੇ ਤਾਂ ਉਹ ਸ਼ਾਇਦ ਸਾਨੂੰ ਦਿੱਲੀ ਜਾਣ ਨਹੀਂ ਨਾ ਦਿੰਦੇ। ਜੇ ਕੇਂਦਰ ਸਰਕਾਰ ਸੁਹਿਰਦ ਹੁੰਦੀ ਤਾਂ ਅੰਦੋਲਨ ਨੂੰ ਦਿੱਲੀ ਨਾ ਜਾਂਦੇ। ਉਹਨਾਂ ਦੀ ਨਾ ਕਾਮਯਾਬੀ ਸੀ, ਕਿਉਂਕਿ ਉਹਨਾਂ ਦਾ ਹੰਕਾਰ ਸੀਗਾ ਕਿ ਇਹ ਕਰ ਕੀ ਲੈਣਗੇ, ਪੰਜਾਬ ਬੈਠੇ ਆ ਕੀ ਕਰਕੇ ਲੈਣਗੇ। ਪਰ ਕਿਸਾਨ ਅੰਦੋਲਨ ਨੇ ਪੇਸ਼ੀਆਂ ਜਥੇਬੰਦੀਆਂ ਨੂੰ ਇਕੱਠਿਆਂ ਕੀਤਾ, ਫਿਰ ਦਿੱਲੀ ਬੈਠੇ। ਦਿੱਲੀ 6 ਮਹੀਨੇ ਅੰਦੋਲਨ ਚਲਾਉਣਾ, ਇਹ ਆਜ਼ਾਦੀ ਤੋਂ ਬਾਅਦ ਇਹ ਸਭ ਤੋਂ ਵੱਡੀ ਆਪਣੇ ਆਪ ਇੱਕ ਪ੍ਰਾਪਤੀ ਵੀ ਆ। ਇਹ ਅੰਦੋਲਨ ਦੀ 6 ਮਹੀਨੇ ਕੀਤਾ। ਦੂਜਾ ਇਹ ਸਰਕਾਰ ਨਾ ਕਾਮਯਾਬੀ, ਉਹਦਾ ਹੰਕਾਰ ਵੀ ਆ। ਬਹੁਤ ਦੇਸ਼ ਦੇ ਲੋਕਾਂ ਤੁਸੀਂ ਜਪਨਾ ਕੀ ਆ, ਜਦੋਂ ਵੋਟਾਂ ਲੈਣ ਪ੍ਰਧਾਨ ਮੰਤਰੀ ਦੀ ਹੁਣ ਗੱਲ, ਪ੍ਰਧਾਨ ਮੰਤਰੀ ਜੀ ਲੋਕਾਂ ਕੋਲ ਜਾਣਗੇ, ਕੋਵਿਡ ਦੇ ਵਿੱਚ ਜਾਣਗੇ, ਵੱਡੀਆਂ ਰੈਲੀਆਂ ਕਰਨਗੇ ਵੋਟਾਂ ਵਾਸਤੇ। ਉਹ ਮਨ ਕੀ ਬਾਤ ਜਾਂ ਰਾਸ਼ਟਰੀ ਉਹ ਵੀ ਦੇਣਗੇ ਤੇ। ਪਰ ਜੇ ਉਹਨਾਂ ਦੇ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਤੇ ਗੱਲ ਕਰਨੀ ਆ ਤਾਂ ਫਿਰ ਸਮੱਸਿਆ ਜੀ। 5 ਬੰਦਿਆਂ ਤਾਂ ਹੋ ਸਕਦੀ, ਸਭ ਤਾਂ ਹੋ ਸਕਦੀ ਜੀ। 17 ਲਈ ਹਜ਼ਾਰ ਨਾਲ ਗੱਲਾਂ ਕਰਨੀਆਂ ਵੱਡੀ ਗੱਲ ਹੁੰਦੀ। ਵਿਦੇਸ਼ਾਂ ਕਿੰਨੇ ਵੱਡੇ ਰੈਪੂਟੇਸ਼ਨ ਹੁੰਦੇ ਨੇ। ਅੱਛਾ ਪੰਦੇਰ ਸਾਹਿਬ ਹੁਣ ਜਿੱਥੇ ਗੱਲ ਆ ਗਈ ਹੈ, ਚਲੋ ਹੁਣ ਤੱਕ ਜੋ ਹੋਇਆ ਸਭ ਨੂੰ ਪਤਾ ਹੈ। ਹੁਣ ਜਿੱਥੇ ਗੱਲ ਆ ਗਈ ਹੈ, ਹੁਣ ਜਿਹੜਾ ਤੁਹਾਡਾ ਕੱਲ ਦਾ ਪ੍ਰੋਗਰਾਮ ਹੈ, ਕੀ ਉਹ ਸਿਰਫ ਘਰਾਂ ਤੇ ਜਿਹੜਾ ਹੈ ਕਾਲੇ ਝੰਡੇ ਲਹਿਰਾਉਣ ਤੱਕ ਸੀਮਿਤ ਹੈ ਜਾਂ ਅੱਗੇ ਵੀ ਤੁਸੀਂ ਕੋਈ ਪ੍ਰਦਰਸ਼ਨ ਜਾਂ ਕਿਤੇ ਕੋਈ ਇਕੱਠ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹ ਲੀਕੇ ਨੇ? ਕਿਉਂਕਿ ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਕਿਉਂਕਿ ਵਾਰ-ਵਾਰ ਜਿਨ੍ਹਾਂ ਤੋਂ ਵੀ ਪ੍ਰਤੀਕਰਮ ਲਿਆ ਜਾਂਦਾ ਉਹ ਕਰੋਨਾ ਦਾ ਜ਼ਿਕਰ ਕਰਦੇ ਆ। ਹਰਿਆਣਾ ਸਰਕਾਰ ਹੋਵੇ, ਕੇਂਦਰ ਸਰਕਾਰ ਹੋਵੇ, ਉਹ ਕਹਿੰਦੇ ਆ ਕਿ ਇਸ ਵੇਲੇ ਜਿਸ ਤਰੀਕੇ ਦਾ ਮਾਹੌਲ ਹੈ ਖਤਰਨਾਕ, ਐਸੇ 'ਚ ਪ੍ਰਦਰਸ਼ਨ ਨਹੀਂ ਕਰਨੇ ਚਾਹੀਦੇ ਘੱਟੋ ਘੱਟ। ਸੋ ਉਸ ਲਿਹਾਜ਼ ਨਾਲ ਮੈਂ ਪੁੱਛ ਰਿਹਾ ਕਿ ਕੱਲ ਦਾ ਤੁਹਾਡਾ ਐਕਚੁਅਲ 'ਚ ਪਲਾਨ ਕੀ ਹੈ? ਕੀ ਸਿਰਫ ਕਾਲੇ ਝੰਡੇ ਲਹਿਰਾਉਣੇ ਆ ਜਾਂ ਤੁਸੀਂ ਕਿਤੇ ਕੋਈ ਇਕੱਠ ਕਰਕੇ ਆਪਣਾ ਕੋਈ ਪ੍ਰੋਗਰਾਮ ਵੀ ਦੇ ਰਹੇ ਹੋ? ਦੇਖੋ ਕੱਲ ਦਾ ਪ੍ਰੋਗਰਾਮ ਪੂਰੀ ਦੁਨੀਆ 'ਚ, ਪੂਰੇ ਦੇਸ਼ 'ਚ, ਪੰਜਾਬ ਦੇ ਸਾਡੀ ਜਥੇਬੰਦੀ ਪੂਰੇ ਪਿੰਡਾਂ 'ਚ ਰੋਸ ਮਾਰਚ ਕਰਕੇ ਆਪਣੇ ਘਰਾਂ ਤੇ ਵਹੀਕਲਾਂ ਤੇ ਝੰਡੇ ਲਾ ਕੇ ਇਹ ਤੋਂ ਗਾ ਅਸੀਂ ਅਰਥੀ ਫੂਕ ਮੁਜ਼ਾਹਰਾ ਕਰਾਂਗੇ। ਠੀਕ ਹੈ। ਕੱਲ ਬੁੱਧ ਪੂਰਨਿਮਾ ਨੂੰ ਵੀ ਅਸੀਂ ਵਧਾਈ ਦਾਂਗੇ, ਦੇਸ਼ ਵਿੱਚ ਵੀ ਸਾਡੇ ਨਾਲ ਸ਼ਾਮਲ ਹੋਣ, ਇਹ ਵੀ ਪੱਖ ਹੈ। ਇਹ ਤਾਂ ਹੈਗਾ। ਦੂਸਰਾ, ਜਿੱਥੋਂ ਤੱਕ ਕੋਵਿਡ ਦਾ ਹਵਾਲਾ ਵਾ, ਤੁਸੀਂ ਕੋਵਿਡ ਦੇ ਨਾਂ ਤੇ ਕਿਸਾਨ ਅੰਦੋਲਨ ਨਾ ਕਰਨ ਲਈ ਜਿਹੜਾ ਸਾਡੇ ਵਿਰੁੱਧ ਦੋਸ਼ ਘੜ ਰਹੇ ਜੇ, ਤੁਸੀਂ ਕਿਉਂ ਨਹੀਂ ਸਾਡੇ ਨਾਲ ਗੱਲ ਕਰਕੇ, ਅਸੀਂ ਤੁਹਾਨੂੰ 4-5 ਮਹੀਨੇ ਹੋ ਗਏ ਕਹਿੰਦੇ ਆ ਵੀ ਇਹ ਮਸਲਾ ਹੀ ਖਤਮ ਕਰਾ ਦਿਓ। ਸਾਡਾ ਅਣਖ ਦਾ ਸਵਾਲ ਥੋੜਾ ਹੈਗਾ ਵਾ ਦਿੱਲੀ ਦੀਆਂ ਸੜਕਾਂ ਤੇ ਬਹਿਣਾ। ਦੂਸਰਾ,
ਕੱਲੇ ਹਰਿਆਣੇ ਦੇ ਆંકੜੇ ਪੇਸ਼ ਕੀਤੇ ਗਏ ਆ। ਆਹਾ, ਮੈਂ ਤਾਂ ਬੜੇ ਤੁਹਾਡੇ ਚੈਨਲ ਤੇ ਬੜੇ ਅਦਬ ਨਾਲ ਕਹਿਣਾ ਚਾਹੁੰਦਾ ਸਰਕਾਰ ਨੂੰ, ਉਹ ਪੱਛਮੀ ਬੰਗਾਲ ਦੀਆਂ ਤੇ ਇਦੋਂ ਕਾ ਸੂਰੇ ਰਾਜਾਂ ਦੀਆਂ ਰੈਲੀਆਂ 'ਚ ਦੱਸਣ ਵੀ ਕਿਹੜੇ ਪਿੰਡਾਂ ਦੇ ਲੋਕ ਆਏ ਸੀ। ਤੋਂ ਪਿੰਡਾਂ 'ਚ ਗਏ ਮੌਤਾਂ ਤਾਂ ਉੱਥੇ ਵੀ ਹੋਣਗੀਆਂ, ਕਿ ਉਹਨਾਂ ਦੇ ਆંકੜੇ ਸਰਕਾਰ ਦਊਗੀ। ਇਸੇ ਤਰ੍ਹਾਂ ਯੂਪੀ ਦੇ ਵਿੱਚ ਸਥਾਨੀय ਨਿਕਾਏ ਤੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ, ਉੱਥੇ ਪਿੰਡਾਂ 'ਚ ਹੀ ਹੋਈਆਂ। ਉਹਦੇ ਨਾਲ ਕਰੋਨਾ ਕਿੰਨਾ ਫੈਲਿਆ ਉਹਦੇ ਆંકੜੇ ਦਿੱਤੇ ਜਾਣਗੇ। ਕੱਲਾ ਤੁਸੀਂ ਵੇਖ ਲਓ ਮੱਧ ਭਾਰਤ, ਦੱਖਣ ਭਾਰਤ। ਠੀਕ ਹੈ ਮੈਂ ਸਾਡੇ ਨਾਲ ਬੀਜੇਪੀ ਕਿਸਾਨ ਮੋਰਚਾ ਤੋਂ ਕੁਲਦੀਪ ਸਿੰਘ ਢਾਲੀਵਾਲ ਜੁੜ ਰਹੇ ਨੇ। ਇੱਕ ਪ੍ਰਤੀਕਰਮ ਲੈ ਲਈਏ। ਤੁਸੀਂ ਪੰਦੇਰ ਸਾਹਿਬ ਨੂੰ ਜੇ ਸੁਣਿਆ ਹੋਣਾ, ਢਾਲੀਵਾਲ ਸਾਹਿਬ ਮੈਂ ਸਵਾਲ ਰਿਪੀਟ ਨਹੀਂ ਕਰੂੰਗਾ, ਤੁਹਾਡਾ ਪ੍ਰਤੀਕਰਮ ਚਾਹਾਂਗੇ। ਸੁਹਿਰਦ ਮਾਹੌਲ ਦਾ ਜ਼ਿਕਰ ਹੋ ਰਿਹਾ ਹੈ। ਜੀ ਦੇਖੋ ਗੌਰਵ, ਮੈਂ ਸੁਣ ਰਿਹਾ ਸੀ ਪੰਦੇਰ ਤੁਸੀਂ ਕਹਿ ਸਾਹਿਬ ਸਕਦੇ ਹੋ ਆਪਣੀ ਗੱਲ। ਅੱਧੀ ਗੱਲ ਮੈਂ ਸੁਣੀ ਹੈ ਔਰ ਸੁਹਿਰਦ ਮਾਹੌਲ ਵਾਲੀ ਗੱਲ ਮੈਂ ਸਾਰੀ ਸੁਣੀ ਹੈ ਜੀ। ਦੇਖੋ ਜਿਹੜੀ ਗੱਲ ਸਾਡੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕਰ ਰਹੀ ਹੈ, ਸੁਹਿਰਦ ਮਾਹੌਲ ਕਿੱਦਾਂ ਪੈਦਾ ਹੋਊਗਾ। ਜਦੋਂ ਮੈਂ ਪਹਿਲਾਂ ਵੀ ਇੱਕ ਦੋ ਚੈਨਲਾਂ ਤੇ ਪੰਦੇਰ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਕਿ ਆਪਾਂ ਸਿਰਫ ਇੱਕ ਖਾਨਾ ਪੂਰਤੀ ਨੂੰ ਜੇ ਆਪਾਂ ਜਾਣਾ ਚਾਹੁੰਦੇ ਆ ਕੇਂਦਰ ਸਰਕਾਰ ਕੋਲ, ਵੀ ਅਸੀਂ ਇੱਕ ਹੋਰ ਵਾਰਤਾ ਕਰ ਲਈ, ਕੇਂਦਰ ਸਰਕਾਰ ਭਜਾ ਲਈ, ਇਸ ਐਟੀਟਿਊਡ ਨਾਲ ਜਾਣਾ ਚਾਹੁੰਦੇ ਆ ਹਾਂ ਨਾ ਵਾਲੇ ਨਾਲ, ਤਾਂ ਕੋਈ ਮਸਲਾ ਹੱਲ ਨਹੀਂ ਹੋਣਾ। ਮਾਹੌਲ ਹੈ ਕਿਸਾਨੀ ਦਾ ਮਸਲਾ ਹੱਲ ਕਰਨ ਵਾਸਤੇ ਕੀ ਕਿਸਾਨ ਯੂਨੀਅਨਾਂ ਸਰਹੱਦ ਨੇ, ਇਹ ਪੁੱਛਣ ਦੀ ਲੋੜ ਹੈ। ਕੀ ਉਹ ਹਾਂ ਨਾ ਤੋਂ ਪਿੱਛੇ ਹਟਣ ਨੂੰ ਤਿਆਰ ਨੇ? ਕੀ ਉਹ ਸਿਰਫ ਕਿਸਾਨੀ ਮਸਲੇ ਦੀ ਗੱਲ ਤੇ ਆਉਣ ਨੂੰ ਤਿਆਰ ਨੇ? ਜਿਹੜਾ ਕਾਨੂੰਨ ਵਾਪਸੀ ਉਹ ਇੱਕ ਪੋਲੀਟੀਕਲ ਮੁੱਦਾ ਅਸੀਂ ਮੰਨਦੇ ਹਾਂ। ਉਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਪਿੱਛੇ ਨਾਲ ਖੜੀਆਂ, ਜਿਹੜੀਆਂ ਕਿਸਾਨਾਂ ਨੂੰ ਬਿਨਾਂ ਗੱਲ ਤੋਂ ਮਸਲਾ ਹੱਲ ਨਹੀਂ ਹੋਣ ਦੇ ਰਹੀਆਂ, ਉਹ ਜਿਹੜੇ ਵਿਚਾਰਕ ਹੈ ਉਹ ਖੜੇ ਆ, ਉਹ ਕਹਿੰਦੇ ਅਸੀਂ ਮਸਲਾ ਨਹੀਂ ਹੱਲ ਹੋਣ ਦੇਣਾ, ਬਸ ਕਾਨੂੰਨ ਵਾਪਸ ਕਰਾਉਣਾ। ਨਹੀਂ, ਪਰ ਉਹਨਾਂ ਕਿਸਾਨੀ ਦੀ ਗੱਲ ਤਾਂ ਕਰਨੀ ਨਹੀਂ। ਸੰਯੁਕਤ ਕਿਸਾਨ ਮੋਰਚੇ ਨੇ ਤੁਹਾਨੂੰ ਚਿੱਠੀ ਲਿਖੀ ਹੈ ਜੀ, ਉਸ ਚਿੱਠੀ ਦਾ ਕੋਈ ਜਵਾਬ ਕੋਈ ਦੇਗਾ ਜਾਂ ਨਹੀਂ? ਚਿੱਠੀ ਤੇ ਵੀ ਅਜੇ ਸਵਾਲ ਹੈ, ਕਿਉਂਕਿ ਜੇ ਪੰਡੇਰ ਸਾਹਿਬ ਬੈਠੇ ਆ ਦੱਸ ਦੇਣ ਕਿ ਹਜੇ ਇਸ ਗੱਲ ਤੇ ਗੱਲ ਉੱਠ ਰਹੀ ਹੈ ਕਿ ਚਿੱਠੀ 9 ਜਥੇਬੰਦੀਆਂ ਨੇ ਲਿਖੀ ਹੈ, ਬਾਕੀ ਤਾਂ ਇਹਦੇ ਨਾਲ ਸਹਿਮਤ ਨਹੀਂ। ਇਹ ਸਾਰਾ ਇੱਕ ਪ੍ਰੋਪਰ ਜਦੋਂ এনवायरमेंट ਬਣ ਜਾਏਗਾ। ਦੂਜੀ ਗੱਲ ਆ ਗਈ ਕੱਲ ਦੀ ਡੇਟ ਦੀ, ਉਹ ਜਦੋਂ ਵੀ ਕੋਈ ਇੱਕ ਮਤਲਬ ਕੋਈ ਤਿਉਹਾਰ ਆਉਂਦਾ ਹੈ ਤਾਂ ਉਹਨੂੰ ਕਾਲਾ ਕਰਨ ਲਈ ਕਾਲੀਆਂ ਝੰਡੀਆਂ ਜਿਹੜੀਆਂ ਹੈਗੀਆਂ ਉਹ ਲੈ ਕੇ ਆਪਾਂ ਆਪਦੇ ਕੋਠਿਆਂ ਤੇ ਚੜ੍ਹ ਜਾਂਦੇ। ਮੇਰੀ ਬੇਨਤੀ ਆ ਕਿ ਤਿਉਹਾਰ ਵਾਲੇ ਦਿਨ ਇਸ ਤਰ੍ਹਾਂ ਦੇ ਮਸਲੇ ਆਪਾਂ ਨਾ ਰੱਖਿਆ ਕਰੀਏ, ਇਸ ਤੋਂ ਅੱਗੇ ਪਿੱਛੇ ਇੱਕ ਦਿਨ ਰੱਖ ਲਈਏ। ਔਰ ਖਾਸ ਤੌਰ ਤੇ ਹਿੰਦੂਆਂ ਦੇ ਤਿਉਹਾਰ ਤਾਂ ਟਾਰਗੇਟ ਕੀਤੇ ਆ, ਕਾਲੀ ਦੀਵਾਲੀ, ਕਾਲਾ ਦੁਸ਼ਹਿਰਾ, ਇਹ ਸਾਰੇ ਆਪਾਂ ਮਨਾਏ ਆ, ਤੇ ਜਦੋਂ ਈਦ ਆਉਂਦੀ ਹੈ ਉਦੋਂ ਆਪਾਂ ਗਲ ਜੱਫੜੀਆਂ ਪਾਈਆਂ। ਤਾਂ ਮਤਲਬ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਆ ਸਾਨੂੰ ਨਹੀਂ ਕਰਨੇ ਚਾਹੀਦੇ। ਕੇਂਦਰ ਸਰਕਾਰ ਕੋਲੇ ਜਦੋਂ ਆਪਾਂ ਜਾਣਾ ਇੱਕ ਵਧੀਆ ਮਾਹੌਲ ਸਿਰਜੀਏ ਔਰ ਕਹੀਏ ਕਿ ਜਦੋਂ ਕੇਂਦਰ ਸਰਕਾਰ ਕੱਲ ਮੇਰੇ ਨਾਲ ਮੈਨੂੰ ਸਖਤ ਇਤਰਾਜ਼ ਲੱਗ ਰਹੇ ਨੇ, ਅਸੀਂ ਜਦੋਂ ਅੰਦਰ ਗਏ ਬੀਜੇਪੀ ਕੋਈ ਇਦਾਂ ਦੀ ਗੱਲ ਨਾ ਕਰੇ, ਗੱਲ ਕਹਿਤੀ ਕਿ ਆਪ ਕਾਨੂੰਨ ਜੋ ਮਰਜ਼ੀ ਕਰ ਰਹੇ ਨੇ, 2 ਸਾਲਾਂ ਲਈ ਅਸੀਂ ਨੂੰ ਡਿਲੇ ਕਰ ਦਿੰਦੇ ਆ। ਤੁਸੀਂ ਮੈਨੂੰ ਆਪ ਦੱਸੋ ਵੀ ਇਸ ਤੋਂ ਵੱਧ ਹੋਰ ਕੀ ਹੋ ਸਕਦਾ? ਮੈਂ ਤੁਹਾਡੇ ਤੋਂ ਦੁਬਾਰਾ ਰਿਐਕਸ਼ਨ ਲਵਾਂਗਾ। ਪੰਦੇਰ ਸਾਹਿਬ ਤੁਸੀਂ ਆਪਣੀ ਗੱਲ ਜੀ। ਅੱਛਾ ਸਿਰਫ ਇਹੀ ਜੀ, ਮੈਂ ਤਾਂ ਇਹੀ ਗੱਲ ਕਹਿਣਾ ਚਾਹਾਂਗਾ, ਵਿੱਚ ਮੈਂ ਪੁੱਛਿਆ ਨਹੀਂ ਸੀ ਜੀ ਵੀ ਤੁਸੀਂ ਕੀ ਕਰਦੇ, ਤੁਸੀਂ ਫਿਰਕੂ ਪੱਤਾ ਕਿਉਂ ਖੇਡਦੇ ਜੀ? ਕਿਸਾਨ ਨਹੀਂ ਹੈਗੇ, ਹਿੰਦੂ ਸਾਡੇ ਭਰਾ ਨਹੀਂ ਹੈਗੇ, ਅਸੀਂ ਏਡੇ ਕਮਲੇ ਥੋੜੇ ਆ। ਸਾਰਾ ਹਿੰਦੁਸਤਾਨ ਕਹਿੰਦਾ, ਸਾਰਾ ਹਿੰਦੁਸਤਾਨ ਹੀ ਮਨਾਉਂਦਾ ਵਾ। ਇਹਨੂੰ ਕੀ ਹੋਣਾ ਤੇ ਕੀ ਹੋਣਾ? ਸਾਡੇ ਤਿਉਹਾਰ ਤਾਂ ਉਦੋਂ ਠੀਕ ਹੋਣਗੇ ਜਦੋਂ ਸਾਨੂੰ ਬਹਿ ਜਾਓਗੇ, ਜਦੋਂ ਸਾਡੀ ਰੋਜੀ ਰੋਟੀ ਖੁੱਸ ਰਹੀ ਆ। ਸਾਡੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ, ਅਸੀਂ ਪਹਿਲੋਂ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ, ਦੱਸੋ ਸਾਡੇ ਤਿਉਹਾਰ ਫਿਰ ਕਾਹਦੇ ਲਈ ਰਹਿ ਗਏ? ਤਾਂ ਫਿਰ ਭਾਈ ਸਾਨੂੰ ਹੱਕ ਹੈ ਦੇਸ਼ ਦੇ ਲੋਕਾਂ ਨੂੰ ਅਸੀਂ ਆਪ ਦੀ ਗੱਲ ਕਹੀਏ। ਆ ਕੋਈ ਆਪਦਾ ਤਿਉਹਾਰ ਨਾ ਸੀ, ਤੁਸੀਂ ਫਿਰਕੂਪੁਣੇ ਨਾਲ ਇਹ ਗੱਲਾਂ ਨੂੰ ਖਿੱਚੋ ਤੋੜਨ ਤੋਂ ਲੈ ਕੇ ਜਾਂਦੇ। ਇਹ ਸਵਾਰਥ ਮਾਹੌਲ ਦੀ ਗੱਲ ਨਹੀਂ ਹੈਗੀ, ਇਹ ਆਰਥਿਕ ਮੁੱਦੇ ਨੇ ਸਾਡੇ ਕਿਸਾਨ ਅੰਦੋਲਨ ਦੇ, ਉਹਨਾਂ ਤੇ ਗੱਲ ਕੀਤੀ ਜਾਵੇ, ਅੱਗੇ ਨੂੰ ਫਿਰਕੂ ਨਸਬਤ ਦਿੱਤੀ ਜਾਵੇ ਨਹੀਂ ਚਾਹੀਦੀ। ਢਾਲੀਵਾਲ ਸਾਹਿਬ ਦੇਖੋ, ਮੈਂ ਪੰਡੇਰ ਸਾਹਿਬ ਤੁਸੀਂ ਬਹੁਤ ਸਨਮਾਨਯੋਗ ਹੋ, ਬੜੇ ਵੱਡੇ ਇਕੱਠ ਨੂੰ ਤੁਸੀਂ ਜਿਹੜਾ ਹੈਗਾ ਲੀਡ ਕਰਦੇ ਹੋ, ਪਰ ਸਾਡੇ ਹਮੇਸ਼ਾ ਜਿਹੜੇ ਇਤਰਾਜ਼ ਜਿਹੜੇ ਜਦੋਂ ਵੀ ਕੋਈ ਆਪਾਂ ਈਵੈਂਟ ਰੱਖਦੇ ਆ ਉਹ ਤਿਉਹਾਰਾਂ ਨੂੰ ਇੱਕ ਪਾਰਟਿਕੂਲਰ ਵਰਗ ਦੇ ਤਿਉਹਾਰਾਂ ਨੂੰ ਟਾਰਗੇਟ ਰੱਖ ਕੇ ਆਪਾਂ ਰੱਖਦੇ ਆ। ਤਾਂ ਇਹ ਗੱਲ ਜਿਹੜੀ ਹੈਗੀ ਹੈ ਆਪਾਂ ਨੂੰ ਇਸ ਗੱਲ ਤੋਂ ਥੋੜਾ ਪਿੱਛੇ ਹਟਣਾ ਚਾਹੀਦਾ। ਮੇਰਾ ਇਹ ਸੁਝਾਅ ਹੈ, ਮੈਂ ਕੋਈ ਇਸ ਗੱਲ ਤੇ ਤੁਹਾਡੇ ਤੇ ਇਲਜ਼ਾਮ ਨਹੀਂ ਲਾਉਂਦਾ, ਇੱਕ ਸੁਝਾਅ ਹੈ ਕਿ ਇਸ ਗੱਲ ਤੋਂ ਬਚਣਾ ਚਾਹੀਦਾ। ਆਪਾਂ ਇੱਕ ਦਿਨ ਅੱਗੇ ਵੀ ਕਰ ਸਕਦੇ ਸੀ ਕਾਲੀਆਂ ਝੰਡੀਆਂ, ਰੋਸ ਮੁਜ਼ਾਹਰੇ, ਕੋਈ ਗੱਲ ਨਹੀਂ, ਤੁਹਾਡੀ ਗੱਲ ਤਾਂ ਉੱਥੇ ਦੀ ਉੱਥੇ ਹੀ ਸੀ। ਚਲੋ ਮੈਂ ਦੁਬਾਰਾ ਆਉਣਾ ਹੈ ਇਸ ਗੱਲ ਤੇ, ਇਸ ਨੂੰ ਥੋੜਾ ਜਿਹਾ ਹੋਰ ਐਲੈਬੋਰੇਟ ਕਰਨ ਦੀ ਜ਼ਰੂਰਤ ਹੈ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਅਸੀਂ ਲੈਣਾ। ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਆ ਕੇ ਇਸ ਗੱਲਬਾਤ ਨੂੰ ਅੱਗੇ ਵਧਾਵਾਂਗੇ। ਬਹੁਤ ਛੋਟਾ ਜਿਹਾ ਬ੍ਰੇਕ, ਜਲਦ ਵਾਪਸ ਆਉਂਗੇ।